ਚਵਰ ਸ਼ਤਰ ਤਖਤ ਸਿੰਘਾਸਨਾਂ ਦੇ ਮਾਲਕ ਸਤਿਗੁਰੂ, ਦੀਨ ਦੁਨੀਆ ਦੇ ਵਾਲੀ, ਲੋਕ ਔਰ ਪਰਲੋਕ ਦੇ ਸਹਾਇਕ, ਦਸਾਂ ਹੀ ਪਾਤਸ਼ਾਹੀਆਂ ਦੀ ਜਗਦੀ ਹੋਈ ਪਾਵਨ ਔਰ ਪਵਿੱਤਰ ਪ੍ਰਤੱਖ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਮਹਾਂਪੁਰਖਾਂ ਦੇ ਪਾਵਨ ਸਥਾਨ ਤੇ ਸੁਭਾਏਮਾਨ ਇਕੱਤਰ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਔਰ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ, ਗੁਰ ਫਤਿਹ ਪ੍ਰਵਾਨ ਕਰੋ। ਮੁਬਾਰਕ ਰਸਨਾ ਤੋਂ ਬੜੇ ਹੀ ਪ੍ਰੇਮ ਔਰ ਸਨਮਾਨ ਸਤਕਾਰ ਸਹਿਤ ਆਪ ਸਮੂਹ ਗੁਰੂ ਕੀ ਸੰਗਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਬੇਅੰਤ ਦਇਆ ਰਹਿਮਤ ਬਖਸ਼ਿਸ਼ ਕੀਤੀ ਹੈ, ਜਿਸ ਰਹਿਮਤ ਬਖਸ਼ਿਸ਼ ਦਾ ਸਦਕਾ ਆਪ ਸਮੂਹ ਗੁਰੂ ਕੀਆਂ ਸੰਗਤਾਂ ਪਿਛਲੇ ਦਿਨਾਂ ਤੋਂ ਚੱਲ ਰਹੇ ਇਹਨਾਂ ਗੁਰਮਤ ਸਮਾਗਮਾਂ ਦੇ ਅੰਦਰ ਹਾਜ਼ਰੀਆਂ ਭਰ ਰਹੇ ਹੋ ਔਰ ਮਹਾਂਪੁਰਖ ਧੰਨ ਬਾਬਾ ਲੰਗਰ ਭਗਤ ਸਾਹਿਬ ਜੀ ਦੀਆਂ ਮਹਾਨ ਬਖਸ਼ਿਸ਼ਾਂ ਪ੍ਰਾਪਤ ਕਰਨ ਦੇ ਲਈ ਬਹੁਤ ਹੀ ਸ਼ਰਧਾ ਔਰ ਭਾਵਨਾ ਦੇ ਸਹਿਤ ਆਪ ਗੁਰੂ ਕੀਆਂ ਸੰਗਤਾਂ ਅੱਜ ਇਸ ਸਮਾਪਤੀ ਦੇ ਦਿਨ ਵਾਲੇ ਗੁਰਮਤ ਸਮਾਗਮ ਦੀ ਹਾਜ਼ਰੀ ਆਪ ਗੁਰੂ ਕੀਆਂ ਸੰਗਤਾਂ ਲਵਾ ਰਹੀਆਂ ਹੋ। ਸਾਧ ਸੰਗਤ ਜੀ, ਬਹੁਤ ਵਿਦਵਾਨਾਂ, ਢਾਡੀ ਜਥਿਆਂ, ਕਥਾਵਾਚਕ, ਰਾਗੀ ਸਿੰਘਾਂ ਕੋਲੋਂ ਆਪ ਜੀ ਨੇ ਸਤਿਗੁਰਾਂ ਦੀਆਂ ਮਹਾਨ ਵਡਿਆਈਆਂ, ਬਖਸ਼ਿਸ਼ਾਂ, ਬਰਕਤਾਂ ਸੁਣੀਆਂ ਹਨ। ਮੈਂ ਗੁਰਮਤ ਦੀ ਵਿਚਾਰ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਆਪ ਗੁਰੂ ਕੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਾਂ, ਇੱਕ ਤਾਂ ਇਕਾਗਰਤਾ ਦੀ ਦਾਤ ਬਖਸ਼ੋ, ਦੂਸਰਾ ਆਪ ਜੀ ਨੂੰ ਬੇਨਤੀ ਹੈ ਕਿ ਆਪ ਇਹਨਾਂ ਮਹਾਂਪੁਰਖਾਂ ਦੇ ਅਸਥਾਨ ਤੇ ਹਾਜ਼ਰੀਆਂ ਲਵਾ ਰਹੇ ਹੋ। ਮੈਂ ਕੋਈ ਬਹੁਤਾ ਵੱਡਾ ਗਿਆਨੀ ਜਾਂ ਵਿਦਵਾਨ ਨਹੀਂ ਹਾਂ, ਤੁਛ ਮਾਤਰ ਸਤਿਗੁਰੂ ਮਹਾਰਾਜ ਆਪਣੀ ਬਰਕਤ ਵਿੱਚੋਂ ਕੁਝ ਅਰਥ ਗੁਰਬਾਣੀ ਦੇ ਗੁਰਮਤ ਦੇ ਬਖਸ਼ਿਸ਼ ਕਰਦੇ ਹਨ। ਜੋ ਰਹਿਮਤਾਂ ਸਤਿਗੁਰੂ ਕਰਦੇ ਉਹ ਸੰਗਤਾਂ ਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ ਔਰ ਮਹਾਂਪੁਰਖਾਂ ਦੇ ਚਰਨਾਂ ਵਿੱਚ ਮੇਰੀ ਹਾਜ਼ਰੀ ਲੱਗ ਜਾਵੇ, ਇਸ ਲਈ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਇੱਥੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਹਾਂ। ਸੂਰਮਿਆਂ ਦੀਆਂ ਬਹੁਤ ਕਥਾਵਾਂ ਆਪ ਜੀ ਨੇ ਗੁਰੂ ਘਰ ਦੇ ਵਿਦਵਾਨਾਂ ਤੋਂ, ਕਥਾਵਾਚਕ ਢਾਡੀ ਸਿੰਘਾਂ ਤੋਂ ਸੁਣੀਆਂ ਹਨ। ਆਪ ਜੀ ਇੱਕ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਅਸਥਾਨ ਤੇ ਸਜੇ ਹੋਏ ਹੋ। ਮੈਂ ਕੋਸ਼ਿਸ਼ ਕਰਦਾ ਹਾਂ ਵੀ ਆਪਣੇ ਸਮੇਂ ਵਿੱਚ ਰਹਿ ਕੇ ਬ੍ਰਹਮ ਗਿਆਨੀਆਂ ਦੀਆਂ ਬਰਕਤਾਂ ਕੀ ਹੁੰਦੀਆਂ ਹਨ, ਉਹਨਾਂ ਕੋਲ ਵਡਿਆਈਆਂ ਕਿਹੜੀਆਂ ਹੁੰਦੀਆਂ, ਉਹ ਆਪ ਜੀ ਨੂੰ ਬੇਨਤੀਆਂ ਕਰ ਸਕਾਂ। ਸਾਧ ਸੰਗਤ ਜੀ, ਕਥਾ ਦੀ ਆਰੰਭਤਾ ਕਰਨ ਲੱਗਿਆਂ ਮੰਗਲ ਪੜ੍ਹਦਿਆਂ ਹੋਇਆਂ ਪਾਵਨ ਪਵਿੱਤਰ ਬਚਨ ਗੁਰਬਾਣੀ ਦੇ ਆਪਾਂ ਪੜ੍ਹੇ ਹਨ। ਭਾਗਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿਨਾ ਕੇ ਕਾਮਾ। ਸਾਧੂ ਸੰਤ ਬ੍ਰਹਮ ਗਿਆਨੀ ਮਹਾਂਪੁਰਖ ਕਿਹੜੀ ਬਰਕਤ ਦੇ ਮਾਲਕ ਹੁੰਦੇ ਹਨ। ਭਾਗਠੜੇ ਦਾ ਅਰਥ ਵਿਦਵਾਨ ਕਰਦੇ ਆ, ਜਿਹੜਾ ਬਹੁਤ ਸ਼ਾਹੂਕਾਰ ਹੋਵੇ, ਧਨ ਦੌਲਤ ਦੇ ਨਾਲ ਜਿਹਦਾ ਘਰ ਭਰਿਆ ਹੋਇਆ ਹੋਵੇ, ਉਹਨੂੰ ਭਾਗਠ ਕਹਿੰਦੇ ਆ, ਸ਼ਾਹੂਕਾਰ ਨੂੰ। ਧਨਾੜ ਪੁਰਸ਼ ਹੋਵੇ। ਮਹਾਰਾਜ ਦੀ ਗੁਰਬਾਣੀ ਨੂੰ ਪੁੱਛੀਏ ਵੀ ਤੁਸੀਂ ਕਿਹਨੂੰ ਭਾਗਠ ਗਿਣਦੇ ਐ, ਕਿਹਨੂੰ ਤੁਸੀਂ ਸ਼ਾਹੂਕਾਰ ਜਾਣਦੇ ਹੋ। ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਭਾਗਠੜੇ ਹਰ ਸੰਤ ਤੁਮਾਰੇ। ਹੇ ਅਕਾਲ ਪੁਰਖ ਪ੍ਰਮਾਤਮਾ ਜੀ, ਸਤਿਗੁਰੂ ਮਹਾਰਾਜ ਜੀ ਦੀ ਬਾਣੀ ਵਿੱਚ ਵਡਿਆਈ ਹੈ ਵੀ ਭਾਗਠੜੇ ਗੁਰਬਾਣੀ ਦੇ, ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਮਤ ਦੇ ਆਧਾਰ ਉਹ ਸ਼ਾਹੂਕਾਰ ਨੇ
ਜਿਨ੍ਹਾਂ ਗੁਰਸਿੱਖਾਂ ਮਹਾਂਪੁਰਖਾਂ ਸਾਧੂ ਸੰਤਾਂ ਦੇ ਘਰ ਵਿੱਚ ਨਾਮ ਦਾ ਧਨ ਹੋਵੇ। ਕਿਉਂਕਿ ਸੰਤ ਸਾਧੂ ਬ੍ਰਹਮ ਗਿਆਨੀ 108 ਇਦਾਂ ਦੇ ਸ਼ਬਦ ਜਿਹੜੇ ਨਾ ਅੱਜ ਕੱਲ੍ਹ ਦੇ ਸਮੇਂ ਅੰਦਰ ਲੋਕ ਬਹੁਤ ਵਰਤ ਲੈਂਦੇ ਹਨ। ਔਰ ਇਹਨਾਂ ਲਿਬਾਸਾਂ ਦੇ ਵਿੱਚ ਕਈ ਵਾਰੀ ਜਿਵੇਂ ਬਾਣੀ ਦਾ ਬਚਨ ਹੈ ਨਾ, ਉਹ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ। ਜ਼ਰੂਰੀ ਨਹੀਂ ਵੀ ਬਾਣਾ ਪਾਇਆ ਚੋਲਾ ਪਾਇਆ ਹੈ ਤਾਂ ਸੰਤ ਹੀ ਹੋਵੇਗਾ। ਹੋ ਸਕਦਾ ਚੋਲੇ ਦੇ ਅੰਦਰ ਕੋਈ ਠੱਗ ਵੀ ਹੋਵੇ, ਹੋ ਸਕਦਾ ਚੋਲੇ ਦੇ ਅੰਦਰ ਜਿਹੜਾ ਸਰੀਰ ਹੈ ਕੋਈ ਵਿਕਾਰੀ ਕਾਮੀ ਕ੍ਰੋਧੀ ਲੋਭੀ ਤ੍ਰਿਸ਼ਨਾ ਦਾ ਮਾਰਿਆ ਹੋਇਆ ਹੋਵੇ, ਹੋ ਸਕਦਾ ਨਿੰਦਕ ਹੋਵੇ, ਨਿੰਦਿਆ ਕਰਦਾ ਹੋਵੇ। ਇਸ ਲਈ ਮਹਾਰਾਜ ਨੂੰ ਪੁੱਛੀਏ ਵੀ ਸਤਿਗੁਰੂ ਸਾਨੂੰ ਪਹਿਚਾਨ ਕਿਵੇਂ ਆਵੇਗੀ ਵੀ ਇਹ ਬ੍ਰਹਮ ਗਿਆਨੀ ਹੈ, ਤਤ ਬੇਤਾ ਮਹਾਂਪੁਰਖ ਪੂਰਨ ਸਾਧੂ ਹੈ। ਤਾਂ ਸਤਿਗੁਰੂ ਜੀ ਪਾਵਨ ਬਾਣੀ ਵਿੱਚ ਇਹ ਸਾਨੂੰ ਜਵਾਬ ਦਿੰਦੇ ਐ, ਭਾਗਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ। ਪਹਿਲੇ ਸੰਤ ਦੀ ਇਹ ਅਵਸਥਾ ਹੈ ਵੀ ਉਹਦੇ ਘਰ ਵਿੱਚ ਕੇਵਲ ਔਰ ਕੇਵਲ ਨਾਮ ਦੀਆਂ ਬਰਕਤਾਂ ਹੁੰਦੀਆਂ ਹਨ। ਨਾਮ ਦਾ ਧਨ ਆਪਣੇ ਜੀਵਨ ਵਿੱਚ ਉਹ ਜੋੜਦਾ, ਇਕੱਤਰ ਕਰਦਾ ਹੈ। ਦੁਨਿਆਵੀ ਮੋਹ ਦੁਨਿਆਵੀ ਧਨ ਤੋਂ ਦੂਰ ਹੋ ਜਾਂਦਾ। ਕੋਈ ਸਤਿਕਾਰ ਕਰਦਾ ਹੋਇਆ ਸ਼ਰਧਾ ਭਾਵਨਾ ਰੱਖਦਾ ਸਾਧੂ ਸੰਤ ਦੇ ਦਰ ਤੇ ਮਾਇਆ ਭੇਟਾ ਕਰੇ, ਉਹ ਅਲੱਗ ਗੱਲ ਹੈ। ਪਰ ਮਹਾਂਪੁਰਖ ਬ੍ਰਹਮ ਗਿਆਨੀ ਜਿਹੜੇ ਹੈ ਨਾ, ਉਹ ਕਦੇ ਵੀ ਮਾਇਆ ਦੇ ਲਾਲਚੀ ਹੋ ਕੇ ਨਾਮ ਧਨ ਨੂੰ ਨਹੀਂ ਵਿਸਾਰਦੇ ਹਨ। ਭਾਗਠੜੇ ਹਰ ਸੰਤ ਤੁਮਾਰੇ, ਮਹਾਰਾਜ ਤੁਹਾਡੇ ਉਹ ਸੰਤ ਸ਼ਾਹੂਕਾਰ ਨੇ, ਤਾਕਤਵਰ ਵੀ ਹਨ, ਸਮਰੱਥ ਵੀ ਹਨ। ਸਮਰੱਥ ਕਿੰਨੇ ਕੈ? ਸੁਖਮਨੀ ਸਾਹਿਬ ਦੀ ਬਾਣੀ ਤੁਸੀਂ ਗੁਰਸਿੱਖ ਪੜ੍ਹਦੇ ਹੋ। ਇੱਥੇ ਹਰ ਸ਼ਨੀਵਾਰ ਗੁਰੂ ਕੀਆਂ ਸੰਗਤਾਂ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੀ ਬਾਣੀ ਦਾ ਜਾਪ ਕਰਦੀਆਂ ਹਨ। ਉਸ ਪਾਵਨ ਪਵਿੱਤਰ ਗੁਰਬਾਣੀ ਨੂੰ ਪੜ੍ਹਨ ਵਾਲੇ ਤੁਸੀਂ ਜਾਣਦੇ ਹੋ, ਗੁਰਬਾਣੀ ਵਿੱਚ ਬਚਨ ਹੈ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਅਗਲਾ ਬਚਨ ਹੈ, ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ। ਸਮਰੱਥਾ ਵੇਖੋ ਕਿੰਨੀ ਹੁੰਦੀ ਹੈ ਸਾਧੂ ਦੇ ਕੋਲ, ਮਹਾਂਪੁਰਖ ਬ੍ਰਹਮ ਗਿਆਨੀ ਦੇ ਕੋਲ ਤਾਕਤ ਕਿੱਡੀ ਵੱਡੀ ਹੁੰਦੀ ਹੈ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸਦਾ ਹੀ ਜੀਂਦਾ ਹੈ। ਇਹ ਬੇਨਤੀ ਆਪ ਜੀ ਆਪਣੇ ਪੱਲੇ ਨਾਲ ਬੰਨਿਓ। ਕਦੇ ਵੀ ਸਾਧੂ ਮਹਾਂਪੁਰਖ ਦੇ ਘਰ ਵਿੱਚ ਆ ਕੇ ਇਹ ਸ਼ਬਦ ਨਹੀਂ ਵਰਤਣਾ ਵੀ ਫਲਾਣੇ ਸਾਧੂ ਚਲੇ ਗਏ ਹਨ, ਫਲਾਣੇ ਸਾਧੂ ਖਤਮ ਹੋ ਗਏ ਹਨ। ਨਹੀਂ, ਸਾਧੂ ਸਦਾ ਹੀ ਰਹਿੰਦੇ ਹਨ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਨ। ਇੱਕ ਨਾਮ ਸਦਾ ਰਹਿਣ ਵਾਲਾ, ਇੱਕ ਸਾਧੂ ਮਹਾਂਪੁਰਖ ਸਦਾ ਰਹਿਣ ਵਾਲੇ ਹਨ। ਔਰ ਇੱਕ ਮਹਾਂਪੁਰਖਾਂ ਦੀ ਵਰਤਾਈ ਹੋਈ ਬਰਕਤ ਜਿਹੜੀ ਸਤਿਗੁਰੂ ਮਹਾਰਾਜ ਜੀ ਦੇ ਘਰ ਦੀ ਬਖਸ਼ਿਸ਼ ਨਾਮ ਦੇ ਨਾਲ ਨਾਲ ਉਸ ਅਕਾਲ ਪੁਰਖ ਦੀ ਜਿਹੜੀ ਪ੍ਰਾਪਤੀ ਹੋ ਜਾਣੀ, ਉਹ ਅਕਾਲ ਪੁਰਖ ਸਦਾ ਰਹਿਣ ਵਾਲਾ ਹੈ। ਇਹ ਤਿੰਨੇ ਕਦੇ ਨਹੀਂ ਮਿਟਦੇ ਹਨ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਸਦਾ ਹੀ ਜੀਂਦਾ ਹੈ। ਅੱਜ ਤੁਸੀਂ ਬਾਬਾ ਲੰਗਰ ਭਗਤ ਸਾਹਿਬ ਜੀ ਦੇ ਅਸਥਾਨ ਤੇ ਬੈਠੇ ਹੋ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਮੇਰਾ ਵੀ ਪੁਰਾਣਾ ਇਹੀ ਨਗਰ ਹੈ। ਇੱਥੇ ਮੇਰੇ ਚਾਚੇ ਤਾਏ ਸਾਰੇ ਰਿਸ਼ਤੇਦਾਰ ਸੱਜੇ ਹੋਏ ਹਨ। ਸਾਧ ਸੰਗਤ ਜੀ, ਇਸ ਨਗਰ ਦੇ ਅੰਦਰ ਇਹਨਾਂ ਮਹਾਂਪੁਰਖਾਂ ਦੇ ਘਰ ਵਿੱਚ ਆ ਕੇ ਇੱਥੇ ਆ ਜਾਓ, ਜਾਂ ਧੰਨ ਮਹਾਂਪੁਰਖ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਸ਼ਹੀਦਾਂ ਸਾਹਿਬ, ਜਾਂ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਪਰਿਕਰਮਾ ਵਿੱਚ ਜੋ ਮਹਾਂਪੁਰਖਾਂ ਦਾ ਸਥਾਨ, ਉੱਥੇ ਚਲੇ ਜਾਓ। ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਤੁਸੀਂ ਚਲੇ ਜਾਓ। ਉਹਨਾਂ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਚਰਨਾਂ ਵਿੱਚ ਜਾ ਕੇ ਜਦੋਂ ਆਪ ਜੀ ਬੇਨਤੀ ਕਰਦੇ ਹੋ, ਕੋਈ ਅਰਦਾਸ ਕਰਦੇ ਹੋ ਭਰੋਸਾ ਰੱਖ ਕੇ, ਉਹ ਸਾਧੂ ਤਾਂ ਨਹੀਂ ਤੁਹਾਨੂੰ ਦਿਸਦੇ। ਅੱਜ ਬਾਬਾ ਫਤਿਹ ਸਿੰਘ ਜੀ ਕਿਹਨੂੰ ਨਜ਼ਰ ਆਉਂਦੇ ਹਨ, ਸਾਨੂੰ ਦਿਸਦੇ ਥੋੜਾ ਹਨ। ਬਾਬਾ ਦੀਪ ਸਿੰਘ ਸਾਹਿਬ ਜੀ ਸਾਨੂੰ ਦਿਸਦੇ ਥੋੜਾ ਹਨ। ਬਾਬਾ ਲੰਗਰ ਭਗਤ ਸਾਹਿਬ ਮਹਾਂਪੁਰਖਾਂ ਦੇ ਸਾਨੂੰ ਦੀਦਾਰ ਥੋੜਾ ਹੋ ਰਹੇ ਹੈ ਪ੍ਰਤੱਖ। ਪਰ ਇੱਥੇ ਜਿਹੜੀ ਵੀ ਅਰਦਾਸ ਤੁਸੀਂ ਕਰਦੇ ਭਰੋਸੇ ਦੇ ਨਾਲ, ਉਹ ਪੂਰੀ ਹੋ ਜਾਂਦੀ, ਉਹ ਪ੍ਰਵਾਨ ਹੁੰਦੀ, ਉਹ ਕਾਰਜ ਬਣ ਜਾਂਦੇ, ਸੌਰ ਜਾਂਦੇ ਹਨ।
ਇਹਦਾ ਸਾਫ਼ ਅਰਥ ਹੈ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਅੱਜ ਵੀ ਇੱਥੇ ਹੀ ਹਨ। ਬਾਬਾ ਲੰਗਰ ਭਗਤ ਸਾਹਿਬ ਕਿਤੇ ਨਹੀਂ ਗਏ। ਅੱਜ ਵੀ ਇਹ ਤੁਹਾਡੀਆਂ ਬਰਕਤਾਂ, ਤੁਹਾਡੇ ਤੇ ਵਰਤਾਰੇ, ਤੁਹਾਡੀ ਇਹ ਰੌਣਕ ਵੇਖ ਕੇ, ਗੁਰਮਤਿ ਸਮਾਗਮ ਵੇਖ ਕੇ ਪਤਾ ਨਹੀਂ ਕਿੰਨੇ ਕੁ ਪ੍ਰਸੰਨ ਤੁਹਾਡੀਆਂ ਸੰਗਤਾਂ ਦੇ ਉੱਪਰ ਹੋ ਰਹੇ ਹਨ। ਅੱਛਾ, ਹੋਰ ਕਿਹੜੀ ਬਰਕਤ ਹੈ ਬ੍ਰਹਮ ਗਿਆਨੀ ਦੇ ਕੋਲ? ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦੇ ਕੋਲ ਉਹ ਤਾਕਤ ਹੈ, ਜੇ ਉਹ ਚਾਹੇ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਜਿਹੜਾ ਮਾਲਕ ਹੈ ਨਾ, ਉਹਦੀ ਬਖਸ਼ਿਸ਼ ਏਡੀ ਉਹਦੇ ਤੇ ਹੋ ਜਾਂਦੀ। ਬ੍ਰਹਮ ਗਿਆਨੀ ਨੂੰ ਆਪਣੇ ਬਰਾਬਰ ਦਾ ਦਰਜਾ ਦੇ ਦਿੰਦਾ ਹੈ। ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀ। ਮੈਂ ਇੱਕ ਸਾਖੀ, ਇੱਕ ਮਹਾਂਪੁਰਖਾਂ ਦੇ ਜੀਵਨ ਦੀ ਘਟਨਾ ਆਪ ਜੀ ਨੂੰ ਬਿਆਨ ਕਰਕੇ ਸਮਾਪਤੀ ਕਰ ਦੇਣੀ ਹੈ। ਮਹਾਂਪੁਰਖ ਸੱਚਖੰਡ ਵਾਸੀ ਬ੍ਰਹਮ ਗਿਆਨੀ ਤਤ ਬੇਤੇ ਹੰਸਾਲੀ ਸਾਹਿਬ ਵਾਲੇ ਮਹਾਂਪੁਰਖ ਪਰਮ ਪੂਜ ਬਾਬਾ ਅਜੀਤ ਸਿੰਘ ਸਾਹਿਬ ਜੀ, ਸਾਧ ਸੰਗਤ ਜੀ, ਉਹਨਾਂ ਦੇ ਜਿਹੜਾ ਮੈਂ ਸ਼ਬਦ ਵਿੱਚ ਬਚਨ ਪੜਿਆ ਨਾ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਇਹਦੇ ਅਰਥ ਮੈਂ ਆਪ ਜੀ ਨੂੰ ਸੁਣਾਉਣ ਲੱਗਾ ਹਾਂ। ਮਹਾਂਪੁਰਖਾਂ ਦੇ ਸੇਵਾ ਦੇ ਵਿੱਚ ਕੋਈ ਸਿੰਘ ਆਇਆ। ਅੱਜ ਵੀ ਸੰਤ ਪਰਮਜੀਤ ਸਿੰਘ ਜੀ ਉੱਥੇ ਹਾਜ਼ਰ ਹਨ। ਤੁਸੀਂ ਉਹਨਾਂ ਨੂੰ ਜਾ ਕੇ ਪੁੱਛ ਸਕਦੇ ਮਿਲ ਕੇ, ਜਿਹੜੀ ਉਹਨਾਂ ਨਾਲ ਇਹ ਘਟਨਾ ਵਾਪਰੀ ਹੈ ਸੱਚੀ ਹੈ, ਮਨ ਘੜਤ ਨਹੀਂ ਹੈ। ਇਹ ਬੇਨਤੀ ਮੈਂ ਤਾਂ ਕਰਦਾ, ਅੱਜ ਸਾਡੇ ਵਿੱਚ ਤਰਕ ਕਰਨ ਵਾਲੇ ਬਹੁਤ ਪੈਦਾ ਹੋ ਗਏ ਹਨ। ਤਰ੍ਹਾਂ ਦੇ ਸਵਾਲ ਸ਼ੰਕੇ ਖੜੇ ਕਰਦੇ ਐ, ਤਰ੍ਹਾਂ ਦੀ ਦੁਬਿਧਾ ਪਾ ਦਿੰਦੇ। ਲਓ ਜੀ, ਇਦਾਂ ਮਨ ਘੜਤ ਕਹਾਣੀਆਂ ਸੁਣਾ ਦਿੱਤੀਆਂ, ਕਿਵੇਂ ਹੋ ਸਕਦਾ ਹੈ? ਉਹ ਮਹਾਂਪੁਰਖਾਂ ਦੀ ਸੇਵਾ ਵਿੱਚ ਹਾਜ਼ਰ ਹੋਏ ਸਿੰਘ ਤੇ ਬੇਨਤੀ ਕੀਤੀ ਵੀ ਕੁਝ ਸਮਾਂ ਮਹਾਂਪੁਰਖਾਂ ਦੇ ਨਾਲ ਰਹਿ ਕੇ ਸੇਵਾ ਕਰਨ ਦੀ ਇੱਛਾ ਹੈ ਮਨ ਦੇ ਅੰਦਰ। ਨਾਲ ਦੇ ਜਿਹੜੇ ਪ੍ਰੇਮ ਰੱਖਣ ਵਾਲੇ ਸਿੰਘ ਸਨ ਮਹਾਂਪੁਰਖਾਂ ਦੇ ਗੜਵਈ ਸਿੰਘ, ਉਹਨਾਂ ਨੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਜੀ ਇਹ ਤੁਹਾਨੂੰ ਮਿਲਣਾ ਚਾਹੁੰਦੇ ਐ, ਰਹਿਣਾ ਚਾਹੁੰਦੇ ਹਨ। ਉਹ ਭਾਈ ਪਰਮਜੀਤ ਸਿੰਘ ਜੀ ਜਿਹੜੇ ਅੱਜ ਕੱਲ੍ਹ ਮਹਾਂਪੁਰਖ ਨੇ, ਉਹ ਜਹਾਜ਼ ਨੇਵੀ ਦੇ ਵਿੱਚ ਜਹਾਜ਼ ਚਲਾਇਆ ਕਰਦੇ ਸਨ। ਮਹਾਂਪੁਰਖ ਬਾਬਾ ਅਜੀਤ ਸਿੰਘ ਸਾਹਿਬ ਹੰਸਾਲੀ ਵਾਲੇ ਕਹਿਣ ਲੱਗੇ, ਕਹਿੰਦੇ ਵੀ ਮਿਲਾਓ ਕਿਹੜਾ ਸਿੰਘ ਹੈ। ਜਦੋਂ ਮਿਲੇ ਤੇ ਮੁਸਕਰਾਉਂਦੇ ਹੋਏ ਉਹਨਾਂ ਨੂੰ ਕਹਿਣ ਲੱਗੇ, ਆਓ ਭਾਈ ਕਿੱਥੋਂ ਆਏ, ਕੀ ਕੰਮ ਕਰਦੇ ਹੋ? ਉਹਨਾਂ ਨੇ ਅੱਗੋਂ ਜਵਾਬ ਦਿੱਤਾ, ਕਹਿੰਦੇ ਮਹਾਂਪੁਰਖੋ ਤੁਹਾਡੀ ਦਇਆ ਹੈ, ਮੈਂ ਜਿਹੜੇ ਸਮੁੰਦਰੀ ਜਹਾਜ਼ ਹੈ ਨਾ ਉਹ ਚਲਾਉਂਦਾ ਹਾਂ, ਉਹਨਾਂ ਦੇ ਵਿੱਚ ਮੇਰਾ ਕੰਮ ਹੈ। ਤੇ ਹੱਸ ਕੇ ਕਹਿਣ ਲੱਗੇ, ਕਹਿੰਦੇ ਫਿਰ ਸਿੱਧਾ ਬੋਲਣਾ ਵੀ ਤੂੰ ਜਹਾਜ਼ਾਂ ਵਾਲਾ ਹੈ। ਕਹਿਣ ਲੱਗੇ, ਜੀ ਆਪ ਜੀ ਦੀਆਂ ਬਖਸ਼ਿਸ਼ਾਂ ਹਨ, ਤੁਸੀਂ ਜਹਾਜ਼ਾਂ ਵਾਲਾ ਬਣਾਇਆ ਹੋਇਆ, ਬਣਾ ਕੇ ਰੱਖਿਓ। ਇੱਕ ਇੱਛਾ ਮੇਰੇ ਮਨ ਦੀ ਵੀ ਕੁਝ ਸਮਾਂ ਤੁਹਾਡੇ ਕੋਲ ਰਹਿ ਕੇ ਸੇਵਾ ਕਰਾਂ ਤੁਹਾਡੇ ਨਾਲ। ਮਹਾਂਪੁਰਖ ਕਹਿੰਦੇ, ਵੇਖ ਲੈ ਭਾਈ, ਬਚਨ ਮੰਨ ਕੇ ਰਹਿਣਾ ਪੈਣਾ। ਮੈਂ ਆਪ ਜੀ ਨੂੰ ਇੱਕ ਬੇਨਤੀ ਇਹ ਸਾਖੀ ਅੱਗੇ ਤੋਰਨ ਤੋਂ ਪਹਿਲਾਂ ਕਰਾਂ। ਜਦੋਂ ਵੀ ਕਿਸੇ ਮਹਾਂਪੁਰਖ ਦੇ ਕੋਲ ਜਾਓ, ਮੇਰੇ ਖਿਆਲ ਨਾਲ ਦੋ ਬਚਨ ਯਾਦ ਰੱਖਣੇ ਚਾਹੀਦੇ। ਜਾਂ ਤਾਂ ਸਾਧੂ ਦੇ ਲਾਗੇ ਬਹੁਤਾ ਲੱਗਣਾ ਨਹੀਂ ਚਾਹੀਦਾ, ਤੇ ਜੇ ਕਿਸੇ ਮਹਾਂਪੁਰਖ ਦੀ ਸੰਗਤ ਵਿੱਚ ਜਾਈਏ ਫਿਰ ਜਾਣਾ ਚੰਗੀ ਤਰ੍ਹਾਂ ਚਾਹੀਦਾ, ਅਧੂਰੇ ਨਾ ਰਹੀਏ ਵੀ ਅੱਧੇ ਇੱਧਰ ਨੂੰ ਅੱਧੇ ਇੱਧਰ ਨੂੰ, ਅੱਧਾ ਧਿਆਨ ਪਿੱਛੇ ਅੱਧਾ ਅੱਗੇ ਹੋਵੇ, ਨਹੀਂ। ਗਿਆਨੀ ਸਰਬਜੀਤ ਸਿੰਘ ਜੀ ਹੈ ਲੁਧਿਆਣੇ ਵਾਲੇ, ਕਥਾਵਾਚਕ, ਬਹੁਤ ਸੁੰਦਰ ਕਥਾ ਕਰਦੇ ਹਨ। ਉਹ ਵੀ ਇੱਥੇ ਗਏ ਸਨ ਹੰਸਾਲੀ ਸਾਹਿਬ। ਉਹਨਾਂ ਨੇ ਸੇਵਾਦਾਰਾਂ ਨੂੰ ਕਿਹਾ ਵੀ ਮੇਰੀ ਇੱਛਾ ਮੈਂ ਮਹਾਂਪੁਰਖਾਂ ਦੇ ਕੋਲ ਰਵਾਂ, ਕੋਈ ਬਚਨ ਲੈ ਲਵਾਂ ਸਾਧੂ ਕੋਲੋਂ। ਉਹ ਸੇਵਾਦਾਰ ਕਹਿਣ ਲੱਗੇ, ਕਹਿੰਦੇ ਗਿਆਨੀ ਜੀ ਐਵੇਂ ਹੀ ਦਰਸ਼ਨ ਕਰੋ, ਸ਼ਰਧਾ ਪ੍ਰੇਮ ਭਾਵਨਾ ਨਾਲ ਮਹਾਂਪੁਰਖਾਂ ਦੀ ਸੇਵਾ ਕਰਕੇ ਸਤਿਕਾਰ ਕਰਕੇ ਚਲੇ ਜਾਓ। ਜਿਹੜਾ ਤੁਸੀਂ ਕਹਿੰਦੇ ਨਾ ਬਚਨ ਲੈਣਾ, ਬਚਨ ਕਮਾਉਣਾ ਬੜਾ ਔਖਾ ਮਹਾਂਪੁਰਖ ਦਾ, ਸਾਧੂ ਦਾ। ਕਹਿੰਦੇ ਜੀ ਕਿਉਂ? ਕਹਿੰਦੇ ਜੇ ਤੁਹਾਨੂੰ ਅੱਜ ਹੀ ਉਹਨਾਂ ਨੇ ਕਹਿ ਦਿੱਤਾ ਵੀ ਹਾਂ ਗਿਆਨੀ ਜੀ ਤੁਸੀਂ ਜਿਹੜੀ ਹੁਣ 2 ਸਾਲ ਕਥਾ ਨਹੀਂ ਕਰਨੀ, ਕਿਸੇ ਸਮਾਗਮ ਤੇ ਜਾ ਕੇ ਸਾਡੇ ਕੋਲ ਹੀ ਰਹਿਣਾ, ਤੁਹਾਡੇ ਤੋਂ ਨਹੀਂ ਰਿਹਾ ਜਾਣਾ, ਔਖਾ ਹੋ ਜਾਵੇਗਾ। ਸਾਧੂ ਦੇ ਬਚਨ ਔਖੇ ਕਮਾਏ ਜਾਂਦੇ ਹਨ, ਤੇ ਜੇ ਕੋਈ ਬਰਕਤ ਭਰਿਆ ਕਮਾਈ ਕਰ ਲਵੇ ਫਿਰ ਉਹਦੇ ਤੇ ਜਿਹੜੀਆਂ ਬਖਸ਼ਿਸ਼ਾਂ ਮਹਾਂਪੁਰਖ ਕਰਦੇ ਉਹ ਗਿਣੀਆਂ ਨਹੀਂ ਜਾ ਸਕਦੀਆਂ। ਭਾਈ ਪਰਮਜੀਤ ਸਿੰਘ ਜੀ ਕਹਿੰਦੇ, ਮਹਾਂਪੁਰਖੋ ਆਪਣੇ ਚਰਨਾਂ ਵਿੱਚ ਕੁਝ ਸਮਾਂ ਮੈਨੂੰ ਰੱਖੋ, ਮੈਂ ਸੇਵਾ ਕਰਨੀ। ਮਨ ਦਾ ਖਿਆਲ ਇਹ ਸੀ ਵੀ 1 ਦਿਨ 2 ਦਿਨ ਰੱਖਣਗੇ, ਕਹਿਣਗੇ ਜਾਓ ਹੁਣ ਛੁੱਟੀਆਂ ਚਲੇ ਜਾਓ।
ਇਹ ਸੋਚ ਰੱਖ ਕੇ ਬੇਨਤੀ ਕੀਤੀ। ਮਹਾਂਪੁਰਖ ਕਹਿੰਦੇ ਚਲੋ ਫਿਰ ਆਸਣ ਲਾ ਲਓ ਇੱਕ ਕਮਰੇ ਦੇ ਵਿੱਚ, ਇੱਥੇ ਰਹਿ ਕੇ ਸੇਵਾ ਕਰੋ, ਤੇ ਜਿੰਨਾ ਚਿਰ ਅਸੀਂ ਨਾ ਕਹੀਏ ਉਹਨਾਂ ਚਿਰ ਜਾਣਾ ਨਹੀਂ ਕਿਤੇ ਵੀ। ਕਹਿੰਦੇ 7 ਬਚਨ, 1 ਦਿਨ 2 ਦਿਨ 10 ਦਿਨ ਲੰਘੇ। ਮਹਾਂਪੁਰਖਾਂ ਨੂੰ ਜਾ ਕੇ ਬੇਨਤੀ ਕੀਤੀ। ਬਾਬਾ ਅਜੀਤ ਸਿੰਘ ਸਾਹਿਬ ਮਹਾਂਪੁਰਖਾਂ ਨੂੰ, ਬ੍ਰਹਮ ਗਿਆਨੀਆਂ ਨੂੰ ਕਹਿਣ ਲੱਗੇ, ਮਹਾਂਪੁਰਖੋ ਮਹਾਰਾਜ ਜੀ ਅਸੀਂ ਹੁਣ ਛੁੱਟੀਆਂ ਬਖਸ਼ੋ, ਮੈਂ ਚਲਿਆ ਜਾਵਾਂ ਘਰ ਨੂੰ। ਤੇ ਅੱਗੋਂ ਕਹਿੰਦੇ ਨਹੀਂ ਭਾਈ, ਅਜੇ ਜਦੋਂ ਅਸੀਂ ਭੇਜਾਂਗੇ ਆਪੇ ਘੱਲ ਦੇਵਾਂਗੇ, ਚੁੱਪ ਕਰਕੇ ਸੇਵਾ ਕਰੀ ਚੱਲੋ। ਮਹੀਨੇ 2 ਲੰਘ ਗਏ, ਫਿਰ ਪੁੱਛਿਆ, ਫਿਰ ਉਹੀ ਜਵਾਬ। ਲੰਘਦਿਆਂ ਲੰਘਦਿਆਂ 2 ਸਾਲ ਗੁਜ਼ਰ ਗਏ। ਮਹਾਂਪੁਰਖਾਂ ਦੇ ਘਰ ਵਿੱਚ ਸੇਵਾ ਕਰਦਿਆਂ, ਉਹਨਾਂ ਕੋਲ ਰਹਿ ਕੇ ਚਰਨ ਸੇਵਕ ਬਣ ਕੇ 2 ਸਾਲਾਂ ਬਾਅਦ ਇੱਕ ਦਿਨ ਅਚਾਨਕ ਫੇਰ ਟਕਰਾ ਹੋਇਆ। ਦਰਸ਼ਨ ਕੀਤੇ, ਹੱਥ ਜੋੜ ਕੇ ਸਿਰ ਝੁਕਾ ਕੇ ਬਾਬਾ ਅਜੀਤ ਸਿੰਘ ਮਹਾਂਪੁਰਖਾਂ ਨੂੰ ਕਹਿਣ ਲੱਗੇ, ਭਾਈ ਪਰਮਜੀਤ ਸਿੰਘ ਜੀ ਕਹਿੰਦੇ ਮਹਾਂਪੁਰਖੋ 2 ਸਾਲ ਹੋ ਗਏ, ਹੁਣ ਛੁੱਟੀ ਬਖਸ਼ ਦਿਓ, ਘਰੇ ਚਲਿਆ ਜਾਵਾਂ। ਤੇ ਮਹਾਂਪੁਰਖ ਕਹਿੰਦੇ ਨਹੀਂ, ਘਰੇ ਨਹੀਂ ਜਾਣਾ। ਨਾਲ ਦੇ ਸਿੰਘਾਂ ਨੂੰ ਕਹਿਣ ਲੱਗੇ, ਗੱਡੀ ਕੱਢੋ, ਲੁਧਿਆਣੇ ਜਲੰਧਰ ਦੇ ਵਿੱਚ ਇੱਕ ਡਾਕਟਰ ਹੈ ਜਿਹੜਾ ਦਿਲ ਦਾ ਇਲਾਜ ਕਰਦਾ, ਇਹਨਾਂ ਨੂੰ ਦਵਾ ਉਹਦੇ ਕੋਲ ਲੈ ਚੱਲੋ। ਬੜੀ ਹੈਰਾਨੀ ਹੋਈ ਵੀ ਸਰੀਰ ਤੰਦਰੁਸਤ, ਕੋਈ ਤੰਗੀ ਨਹੀਂ, ਕੋਈ ਤਕਲੀਫ ਨਹੀਂ, ਕਿਸੇ ਤਰ੍ਹਾਂ ਦਾ ਦੁੱਖ ਨਹੀਂ, ਕੋਈ ਦਰਦ ਨਹੀਂ, ਤੇ ਡਾਕਟਰ ਕੋਲ ਕਿਉਂ ਲੈ ਕੇ ਜਾਣਾ ਹੈ। ਮਹਾਂਪੁਰਖਾਂ ਨੂੰ ਕਹਿੰਦੇ ਮਹਾਰਾਜ ਮੈਂ ਚੰਗਾ ਭਲਾ ਠੀਕ ਠਾਕ ਹਾਂ, ਮੈਂ ਕਿਉਂ ਜਾਣਾ। ਕਹਿੰਦੇ ਨਹੀਂ, ਤੁਸੀਂ ਸਾਡਾ ਬਚਨ ਮੰਨੋ, ਗੱਡੀ ਵਿੱਚ ਬੈਠੋ ਔਰ ਜਾਓ ਜਲੰਧਰ ਡਾਕਟਰ ਨੂੰ ਚੈੱਕ ਕਰਾਓ ਜਾ ਕੇ। ਉਹ ਡਾਕਟਰ ਜਿਹੜਾ ਸੀ ਨਾ ਮਹਾਂਪੁਰਖਾਂ ਤੇ ਸ਼ਰਧਾ ਰੱਖਦਾ ਸੀ। ਕੁਝ ਸਮੇਂ ਬਾਅਦ ਇਹਨਾਂ ਬਚਨ ਕਰਕੇ ਆਪਣੇ ਆਸਣ ਤੇ ਚਲੇ ਗਏ। ਫਿਰ ਅਚਾਨਕ ਆਸਣ ਤੋਂ ਬਾਹਰ ਆਏ, ਆ ਕੇ ਫਿਰ ਉੱਥੇ ਹੀ ਖੜੇ ਸਨ। ਕਹਿੰਦੇ ਤੁਸੀਂ ਅਜੇ ਤੱਕ ਗਏ ਨਹੀਂ, ਸਮਾਂ ਤੁਹਾਡੇ ਕੋਲ ਬਹੁਤ ਥੋੜਾ ਹੈ। ਮਹਾਂਪੁਰਖਾਂ ਦੇ ਬਚਨ ਨੂੰ ਮੰਨਦੇ ਹੋਏ ਗੱਡੀ ਕੱਢੀ, ਦਵਾ ਦਵ ਲੈ ਕੇ ਹਸਪੀਟਲ ਜਲੰਧਰ ਚਲੇ ਗਏ। ਡਾਕਟਰ ਦੇ ਕੋਲ ਪੇਸ਼ ਹੋਏ, ਉਹਨੂੰ ਜਾ ਕੇ ਸਾਰਾ ਬਚਨ ਦੱਸ ਦਿੱਤਾ। ਮਹਾਂਪੁਰਖਾਂ ਨੇ ਭੇਜਿਆ ਹੈ ਐਵੇਂ ਚੈੱਕ ਕਰੋ। ਜਦੋਂ ਉਹਨੇ ਚੈੱਕ ਕੀਤਾ ਨਾ, ਪਾ ਕੇ ਮਸ਼ੀਨ ਲਾਈ, ਚੈੱਕ ਕੀਤਾ, ਡਾਕਟਰ ਨੇ ਕਹਿਣ ਲੱਗਿਆ ਤੁਸੀਂ ਲੇਟ ਹੋ ਗਏ, ਇਹਨਾਂ ਦੇ ਧੜਕਣ ਰੁਕ ਗਈ, ਹੁਣੇ ਬਚ ਨਹੀਂ ਸਕਦੇ ਹਨ। ਸਾਧ ਸੰਗਤ ਜੀ ਇੰਨਾ ਬਚਨ ਕਰਦਿਆਂ ਇਹ ਬੋਲਦਿਆਂ ਡਾਕਟਰ ਦੇ ਵਹਿੰਦਿਆਂ ਉਹ ਭਾਈ ਪਰਮਜੀਤ ਸਿੰਘ ਜੀ ਦੇ ਸਵਾਸ ਨਿਕਲ ਗਏ, ਸਰੀਰ ਨੂੰ ਤਿਆਗ ਦਿੱਤਾ ਉਹਨਾਂ ਨੇ। ਸਿੰਘਾਂ ਨੇ ਮਗਰ ਫੋਨ ਕਰ ਦਿੱਤਾ, ਮਹਾਂਪੁਰਖਾਂ ਨੂੰ ਦੱਸ ਦਿਓ ਵੀ ਭਾਈ ਪਰਮਜੀਤ ਸਿੰਘ ਜੀ ਚੜ੍ਹਾਈ ਕਰ ਗਏ ਹਨ। ਮਹਾਂਪੁਰਖ ਅਚਾਨਕ ਆਸਣ ਤੋਂ ਬਾਹਰ ਆਏ। ਨਾਲ ਦੇ ਸਿੰਘ ਕਹਿਣ ਲੱਗੇ ਮਹਾਂਪੁਰਖੋ ਹਸਪੀਟਲ ਤੋਂ ਫੋਨ ਆਇਆ ਸੀ, ਭਾਈ ਪਰਮਜੀਤ ਸਿੰਘ ਨੂੰ ਤੁਸੀਂ ਭੇਜਿਆ, ਉਹ ਚੜ੍ਹਾਈ ਕਰ ਗਏ ਐ। ਹੱਸ ਕੇ ਕਹਿੰਦੇ ਵੀ ਕੀ ਹੋਇਆ, ਕਿਵੇਂ ਚੜ੍ਹਾਈ ਕਰ ਗਏ। ਕਹਿੰਦੇ ਜੀ ਡਾਕਟਰ ਕਹਿੰਦਾ ਉਹਨਾਂ ਦੀ ਧੜਕਣ ਰੁਕ ਗਈ, ਦਿਲ ਹੁਣ ਕੰਮ ਨਹੀਂ ਕਰਦਾ ਹੈ। ਮਹਾਂਪੁਰਖ ਮੁਸਕਰਾਉਂਦੇ ਹੋਏ ਕਹਿੰਦੇ ਡਾਕਟਰ ਨੂੰ ਫੋਨ ਲਾਓ ਔਰ ਉਹਨੂੰ ਫੋਨ ਲਾ ਕੇ ਕਹੋ ਵੀ ਇਹਦਾ ਦਿਲ ਨੱਪ ਨੁੱਪ ਕੇ ਵੇਖ, ਕਈ ਵਾਰੀ ਰੁਕ ਵੀ ਜਾਂਦਾ, ਕਈ ਵਾਰੀ ਚੱਲ ਵੀ ਪੈਂਦਾ ਹੈ। ਸ਼ਰਧਾ ਰੱਖਦਾ ਸੀ। ਫੋਨ ਲਾਇਆ, ਬਚਨ ਮੰਨ ਲਿਆ। ਮੰਨ ਕੇ ਬਚਨ ਉਹ ਭਾਈ ਪਰਮਜੀਤ ਸਿੰਘ ਜੀ ਦੇ ਦਿਲ ਤੇ ਭਾਰ ਪਾ ਕੇ 2 ਵਾਰੀ ਯੰਪ ਕੀਤਾ, ਉਹਨੂੰ ਨੱਪਿਆ। ਜਦੋਂ 2-4 ਵਾਰੀ ਹਿਲਾਇਆ ਤੇ ਭਾਈ ਪਰਮਜੀਤ ਸਿੰਘ ਜੀ ਦੇ ਸਵਾਸ ਚੱਲ ਪਏ, ਉੱਠ ਕੇ ਬੈਠ ਕੇ ਜੀਂਦੇ ਹੋ ਗਏ। ਇਹ ਬਰਕਤਾਂ ਮਹਾਂਪੁਰਖਾਂ ਦੇ ਘਰ ਵਿੱਚ ਹੁੰਦੀਆਂ ਹਨ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਅੱਜ ਵੀ ਹੰਸਾਲੀ ਸਾਹਿਬ ਚਲੇ ਜਾਇਓ, ਜੇ ਕਿਸੇ ਦੇ ਮਨ ਵਿੱਚ ਦੁਬਿਧਾ ਸ਼ੰਕਾ ਤਰਕ ਹੈ, ਜਾ ਕੇ ਪੁੱਛ ਕੇ ਆਇਓ ਵੀ ਇਹ ਘਟਨਾ ਹੋਈ ਜਾਂ ਨਹੀਂ ਹੋਈ। ਇਸ ਕਰਕੇ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਅਸਥਾਨ ਤੇ ਤੁਸੀਂ ਬੈਠੇ ਹੋਏ ਹੋ, ਬੜੀਆਂ ਬਰਕਤਾਂ ਉਹਨਾਂ ਦੇ ਕੋਲ ਹੁੰਦੀਆਂ, ਬੜੀਆਂ ਤਾਕਤਾਂ ਉਹਨਾਂ ਦੇ ਕੋਲ ਹੁੰਦੀਆਂ। ਸਤਿਗੁਰਾਂ ਦੀ ਬਾਣੀ ਦਾ ਬਚਨ ਹੈ, ਮਹਾਂਪੁਰਖ ਜਿਹੜੇ ਐ ਨਾ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਬ੍ਰਹਮ ਗਿਆਨੀ ਕਿਉਂ ਆਉਂਦੇ ਐ ਸੰਸਾਰ ਵਿੱਚ, ਕਿਉਂ ਇੱਥੇ ਆਣ ਕੇ ਧਰਤੀ ਤੇ ਆਪਣੇ ਆਪ ਨੂੰ ਸੰਸਾਰੀ ਲੋਕਾਂ ਵਿੱਚ ਵਿਚਰਦੇ ਵਿਚਾਰਦੇ ਹਨ। ਪਤਾ ਉਹਦਾ ਕਾਰਨ ਕੀ ਹੈ? ਜਿਹੜੀ ਲੁਕਾਈ ਭੁੱਲ ਜਾਂਦੀ ਹੈ ਨਾ ਪਰਮਾਰਥ ਨੂੰ, ਰੱਬ ਨੂੰ, ਪਰਮਾਤਮਾ ਨੂੰ। ਜਿਵੇਂ ਅੱਜ ਲੋਕ ਬਾਹੋ ਵਚਨ ਭੁੱਲੇ ਹੋਏ ਐ, ਮਹਾਂਪੁਰਖ ਆਪਣੀ ਸੰਗਤ ਵਿੱਚ ਲਿਆ ਕੇ ਉਹਨਾਂ ਨੂੰ ਨਾਮ ਬਾਣੀ ਬਰਕਤ ਦੇ ਨਾਲ ਜੋੜਦੇ ਹਨ, ਸੇਵਾ ਸਿਮਰਨ ਦੇ ਨਾਲ ਜੋੜਦੇ ਐ।
ਪਰਉਪਕਾਰ ਕਰਦੇ ਐ ਜੀਵਾਂ ਦੇ ਉੱਪਰ। ਇੱਥੇ ਪਰਉਪਕਾਰ ਕਰਕੇ ਨਾਮ ਬੰਦਗੀ ਨਾਲ ਜੋੜ ਕੇ ਪਰਮਾਰਥ ਦੇ ਰਸਤੇ ਤੇ ਤੋਰ ਦਿੰਦੇ ਐ। ਤੇ ਫਿਰ ਇੱਥੇ ਵੀ ਸਹਾਈ ਹੁੰਦੇ, ਪਰਲੋਕ ਵਿੱਚ ਵੀ ਸਹਾਈ ਹੁੰਦੇ। ਇਹ ਬਰਕਤਾਂ ਗੁਰਸਿੱਖਾਂ ਮਹਾਂਪੁਰਖਾਂ ਦੇ ਘਰ ਵਿੱਚ ਹੁੰਦੀਆਂ। ਇਸ ਲਈ ਕਦੇ ਵੀ ਮਨ ਵਿੱਚ ਵਲਵਲਾ ਨਹੀਂ ਲੈ ਕੇ ਆਉਣਾ ਵੀ ਅੱਜ ਅਸੀਂ ਇਸ ਸਥਾਨ ਤੇ ਆਏ, ਪਤਾ ਨਹੀਂ ਇੱਥੋਂ ਕੁਝ ਪ੍ਰਾਪਤ ਹੋਣਾ ਜਾਂ ਨਹੀਂ ਹੋਣਾ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਬਹੁ ਵਚਨ ਸਾਡੇ ਵਿੱਚ ਇਹ ਗੱਲ ਅੱਜ ਚੱਲ ਪਈ। ਮੈਂ ਕਥਾ ਕਰਦਿਆਂ ਕਈ ਵਾਰੀ ਸੰਗਤਾਂ ਵਿੱਚ ਇਹ ਬੇਨਤੀ ਕਰਦਾ ਹੁੰਨਾ, ਸਾਡਾ ਅੱਜ ਨਿਸ਼ਚਾ ਭਰੋਸਾ ਨਾ ਕਿਸੇ ਮਹਾਂਪੁਰਖ ਤੇ ਪੂਰੀ ਤਰ੍ਹਾਂ ਰਿਹਾ, ਨਾ ਹੀ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਪੂਰਾ ਭਰੋਸਾ ਰੱਖਦੇ ਹਾਂ। ਅਸੀਂ ਕੱਚੇ ਬਣ ਗਏ ਹਾਂ। ਅੱਜ ਗੁਰੂ ਘਰ ਵੀ ਪੱਕੇ ਐ, ਸਾਡੇ ਘਰ ਵੀ ਪੱਕੇ ਹਨ, ਪਰ ਸਾਡੇ ਹਿਰਦੇ ਕੱਚੇ ਐ। ਅਸੀਂ ਦਰਬਾਰ ਵਿੱਚ ਜਾਈਦਾ, ਅਰਦਾਸ ਬੇਨਤੀ ਕਰੀਦੀ, ਕੋਈ ਦੁੱਖ ਆ ਜਾਵੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਅਰਦਾਸ ਕਰਕੇ, ਉਹ ਜਦੋਂ ਬਾਹਰ ਨਿਕਲਦਾ ਨਾ ਅਰਦਾਸ ਕਰਕੇ, ਉਹਨੂੰ ਦੂਸਰਾ ਪੁੱਛੇ, ਹਾਂ ਭਾਈ ਅਰਦਾਸ ਕਰ ਆਇਆ, ਦੁੱਖ ਦੂਰ ਹੋ ਜਾਣਗੇ, ਤੇ ਉਹਦਾ ਜਵਾਬ ਪਤਾ ਢੈਂਦੀ ਕਲਾ ਵਿੱਚ ਹੁੰਦਾ, ਚੜ੍ਹਦੀ ਕਲਾ ਦੇ ਵਿੱਚ ਨਹੀਂ। ਉਹ ਜਵਾਬ ਦਿੰਦਾ, ਕਹਿੰਦਾ ਅਰਦਾਸ ਤਾਂ ਕਰ ਆਇਆ, ਹੁਣ ਪਤਾ ਨਹੀਂ ਪ੍ਰਵਾਨ ਹੋਵੇ ਜਾਂ ਨਾ ਹੋਵੇ। ਆ ਸਾਡੇ ਜਵਾਬ ਹਨ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਕੋਈ ਪੁੱਛੇ ਨਾ ਵੀ ਅਰਦਾਸ ਕੀਤੀ ਹੈ, ਭਰੋਸਾ ਹੈਗਾ, ਤਾਂ ਉਹਨੂੰ ਕਹੀਦਾ ਹੈ ਮੈਨੂੰ ਆਪਣੇ ਸਤਿਗੁਰੂ ਜੀ ਤੇ ਦ੍ਰਿੜਤਾ ਵਾਲਾ ਨਿਸ਼ਚਾ ਹੈ, ਮੈਨੂੰ ਭਰੋਸਾ, ਮੈਂ ਪ੍ਰਵਾਨ ਕੀਤੀ ਹੈ। ਸਤਿਗੁਰੂ ਜੀ ਦੀ ਬਾਣੀ ਦਾ ਬਚਨ ਹੈ, ਰਾਤ ਦਿਵਸ ਕੈ ਕੂਕਨੈ ਕਬਹੂ ਕੇ ਸੁਨੈ ਪੁਕਾਰ। ਮੈਂ ਰਾਤ ਦਿਨ ਨਿਤਨੇਮ ਕਰਕੇ ਅਰਦਾਸ ਕਰਦਾ, ਰੋਜ਼ਾਨਾ ਤਰਲੇ ਪਾਉਣਾ ਸਤਿਗੁਰਾਂ ਅੱਗੇ। ਮੈਨੂੰ ਨਿਸ਼ਚਾ ਮੇਰੇ ਪਾਤਸ਼ਾਹ ਨੇ ਅੱਜ ਨਹੀਂ ਕੱਲ ਨਹੀਂ, ਆਉਣ ਵਾਲੇ ਸਮੇਂ ਵਿੱਚ ਕਦੇ ਤਾਂ ਸਤਿਗੁਰੂ ਮੇਰੀ ਬੇਨਤੀ ਨੂੰ, ਮੇਰੀ ਅਰਦਾਸ ਨੂੰ ਦਰ ਤੇ ਪ੍ਰਵਾਨ ਕਰਨਗੇ, ਕਦੇ ਤਾਂ ਸੁਣਨਗੇ ਮਹਾਰਾਜ। ਇਹੋ ਜਿਹਾ ਤਾਂ ਸੁਭਾਅ ਹੈ ਹੀ ਨਹੀਂ ਵੀ ਮੈਨੂੰ ਨਿਰਾਸ਼ ਕਰਕੇ ਭੇਜ ਦੇਣ, ਕਦੇ ਵੀ ਨਹੀਂ ਹੋ ਸਕਦਾ। ਦਇਆਲੂ ਹਨ, ਕਿਰਪਾਲੂ ਹਨ। ਉਡੀਕ ਦੀ ਜੇ ਪਰਿਭਾਸ਼ਾ ਸਿੱਖਣੀ ਹੋਵੇ ਤੇ ਮਹਾਂਪੁਰਖ ਬਾਬਾ ਫਰੀਦ ਸਾਹਿਬ ਜੀ ਦਾ ਜੀਵਨ ਪੜ੍ਹ ਲਓ, ਉਹਨਾਂ ਦੀਆਂ ਪੰਕਤੀਆਂ, ਉਹਨਾਂ ਦੇ ਬਚਨ ਪੜ੍ਹ ਲਓ, ਪਤਾ ਲੱਗ ਜਾਂਦਾ ਵੀ ਗੁਰੂ ਦੇ, ਸਤਿਗੁਰੂ ਜੀ ਦੇ ਘਰ ਵਿੱਚ ਦਾ ਸਬਰ ਕਿਵੇਂ ਰੱਖਣਾ, ਕਿਵੇਂ ਉਡੀਕ ਕਰਨੀ ਹੈ। ਪਿੰਜਰ ਖਾਧਾ ਗਿਆ, ਮਾਸ ਚੂੰਡਿਆ ਗਿਆ ਸਾਰਾ, ਤੇ ਫਿਰ ਵੀ ਬੇਨਤੀ ਕੀ ਕੀਤੀ, ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਕਾਗਾ ਰੰਗ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਕਹਿਣ ਲੱਗੇ ਕੀ ਹੋ ਗਿਆ, ਸਾਰਾ ਮਾਸ ਖਾ ਗਿਆ, ਹੱਡ ਖਾ ਲਏ, ਹੱਡ ਨਿਕਲ ਆਏ ਥੱਲਿਓਂ, ਚਰਬੀ ਚਲੀ ਗਈ ਸਾਰੀ, ਅਜੇ ਦੋ ਨੇਤਰ ਹੈਗੇ ਐ, ਅਜੇ ਵੀ ਇਹ ਆਸ ਹੈ ਵੀ ਮੈਨੂੰ ਮੇਰੇ ਮਾਲਕ ਦੇ ਦੀਦਾਰ ਹੋਣਗੇ, ਅਜੇ ਵੀ ਉਹ ਦਰਸ਼ਨ ਦੇਵੇਗਾ। ਏਡੀ ਦ੍ਰਿੜਤਾ ਰੱਖੇ ਗੁਰਸਿੱਖ ਗੁਰੂ ਦੇ ਉੱਪਰ, ਭਰੋਸਾ ਰੱਖਿਆ ਕਰੋ ਆਪਣੇ ਸਤਿਗੁਰਾਂ ਤੇ। ਅੱਜ ਕੱਲ ਸਾਡੇ ਵਿੱਚ ਇਹ ਹੈ ਵੀ ਕਿਸੇ ਨੇ ਕਿਹਾ ਫਲਾਣਿਆ ਬਾਣੀ ਪੜਿਆ ਕਰ, 2 ਦਿਨ ਨਿਤਨੇਮ ਕੀ ਜਪਜੀ ਸਾਹਿਬ ਦਾ ਪਾਠ ਕੀਤਾ, ਤੀਜੇ ਦਿਨ ਹੀ ਬ੍ਰਹਮ ਗਿਆਨ ਭਾਲਦੇ ਆ ਵੀ ਅੱਜ ਸਾਡੀ ਝੋਲੀ ਬ੍ਰਹਮ ਗਿਆਨ ਦੀ ਦਾਤ ਪੈ ਜਾਵੇ। ਤੇ ਜਦੋਂ ਨਹੀਂ ਕੁਝ ਪ੍ਰਾਪਤ ਹੁੰਦਾ ਫਿਰ ਸ਼ੰਕੇ ਕਰਨ ਲੱਗ ਪਈਦਾ, ਫਿਰ ਕਹੀਦਾ ਫਲਾਣੇ ਮਹਾਂਪੁਰਖ ਤਾਂ ਜਾਂ ਫਲਾਣਾ ਕਥਾਵਾਚਕ ਤਾਂ ਕਹਿੰਦਾ ਸੀ ਜਪਜੀ ਸਾਹਿਬ ਵਿੱਚ ਬ੍ਰਹਮ ਗਿਆਨ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ, ਸਾਨੂੰ ਤੇ ਹੋਇਆ ਹੀ ਕੱਖ ਨਹੀਂ, ਮਿਲਿਆ ਹੀ ਨਹੀਂ ਕੁਝ। ਤੇ ਕੀਤਾ ਕਿੰਨੇ ਦਿਨ ਪਾਠ, ਸਿਰਫ 2 ਦਿਨ 10 ਦਿਨ ਜਾਂ 40 ਕੁ ਦਿਨ ਅਸੀਂ ਮਿੱਥੇ ਹੋਏ ਐ, ਸਵਾ ਕੁ ਮਹੀਨਾ ਬੜਾ ਨਿਸ਼ਾਨ ਸਾਹਿਬ ਦਾ ਇਸ਼ਨਾਨ ਕਰਵਾਈ ਦਾ, ਝਾੜੂ ਲਾਉਂਦੇ ਲੋਕ, ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਲੈ ਕੇ ਰੋਜ਼ ਪਾਠ ਕਰਦੇ ਨੇਮ ਦੇ ਨਾਲ। ਤੇ 40 ਦਿਨਾਂ ਬਾਅਦ, ਸਵਾ ਮਹੀਨੇ ਬਾਅਦ ਚੇਤਾ ਹੀ ਭੁੱਲ ਜਾਂਦਾ ਵੀ ਗੁਰੂ ਦੀ ਪੋਥੀ ਕਿੱਥੇ ਹੈ, ਨਿਸ਼ਾਨ ਸਾਹਿਬ ਕਿੱਥੇ ਹੈ। ਤੇ ਜਿਹੜੇ 40 ਦਿਨ ਕਰਨ ਵਾਲੇ, ਮੈਂ ਉਹਨਾਂ ਨੂੰ ਬੇਨਤੀ ਕਰਕੇ ਪੁੱਛਾਂ, ਜੇ ਤੁਹਾਡੇ ਵਿੱਚੋਂ ਕੋਈ ਹੈ, ਜੇ ਕਿਸੇ ਨੂੰ ਪਤਾ ਮੈਨੂੰ ਜਵਾਬ ਦੇ ਦਿਓ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿੱਥੇ ਲਿਖਿਆ ਹੋਇਆ ਵੀ ਸਵਾ ਮਹੀਨਾ ਹੀ ਬਾਣੀ ਪੜ੍ਹਨੀ ਹੈ। ਮਹਾਰਾਜ ਦਾ ਤਾਂ ਉਪਦੇਸ਼ ਹੈ, ਗੁਰਸਿੱਖ ਰੋਜ਼ਾਨਾ ਨਿਤਨੇਮ ਕਰੇ। ਨਿਤਨੇਮ ਦਾ ਗੁਟਕਾ ਸਾਹਿਬ ਤੁਸੀਂ ਪ੍ਰਕਾਸ਼ ਕਰਦੇ ਹੋ, ਉਹਦੀ ਜਿਲਦ ਦੇ ਉੱਪਰ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਨਿਤਨੇਮ। ਉਹਦਾ ਅਰਥ ਹੈ ਨਿਤ ਦਾ, ਰੋਜ਼ ਦਾ ਹੀ ਨਿਯਮ ਹੈ ਤੇਰਾ, ਤੂੰ ਰੋਜ਼ ਹੀ ਬਾਣੀ ਪੜ੍ਹਨੀ। ਇਹ ਨਹੀਂ ਵੀ 40 ਦਿਨ ਪੜ੍ਹਨੀ, 2 ਮਹੀਨੇ ਪੜ੍ਹਨੀ, ਨਹੀਂ।
ਜਿੰਨਾ ਚਿਰ ਤੇਰੇ ਸਰੀਰ ਵਿੱਚ ਸੁਵਾਸ ਹੈ ਉਹਨਾਂ ਚਿਰ ਰੋਜ਼ਾਨਾ ਪੜ੍ਹਨੀ ਹੈ। ਬ੍ਰਹਮ ਗਿਆਨੀਆਂ ਦੇ ਅਸਥਾਨ ਤੇ ਹਾਜ਼ਰੀਆਂ ਲਵਾ ਰਹੇ ਹੋ, ਉਹਨਾਂ ਬ੍ਰਹਮ ਗਿਆਨੀਆਂ ਨੂੰ ਯਾਦ ਕਰੋ। 24ਵੀਂ ਸਦੀ ਦੇ ਮਹਾਨ ਜਰਨੈਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਹੜੇ ਆਪਣੇ ਜੀਵਨ ਅੰਦਰ ਰੋਜ਼ਾਨਾ ਜਪਜੀ ਸਾਹਿਬ ਦੇ ਬੇਅੰਤ ਪਾਠ ਕਰਦੇ ਸਨ। ਬੇਅੰਤ ਬਾਣੀਆਂ ਦਾ ਨਿਤਨੇਮ, 10 ਗ੍ਰੰਥੀ 5 ਗ੍ਰੰਥੀ ਬੇਅੰਤ ਗੁਰਬਾਣੀ ਨੂੰ ਪੜ੍ਹਦੇ, ਹਰ ਮਹੀਨੇ ਸਹਿਜ ਪਾਠ ਦਾ ਭੋਗ ਪਾਉਂਦੇ ਤੇ ਕਠਨ ਤਪੱਸਿਆ ਕਰਕੇ ਸਤਿਗੁਰੂ ਜੀ ਦੇ ਨਾਲ ਪ੍ਰੇਮ ਪਾ ਕੇ ਮਹਾਰਾਜ ਦੇ ਉਹਨਾਂ ਦਰਸ਼ਨ ਕੀਤੇ। ਦਮਦਮੀ ਟਕਸਾਲ ਦੇ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਬ੍ਰਹਮ ਗਿਆਨੀ, ਜਿਨ੍ਹਾਂ ਨੂੰ ਸਿੰਘਾਂ ਨੇ ਬੇਨਤੀ ਕੀਤੀ, ਮਹਾਂਪੁਰਖੋ ਕਹਿੰਦੇ ਕੰਧਾਂ ਦੇ ਵਿੱਚ ਵੀ ਵਾਹਿਗੁਰੂ ਦਾ ਆਵਾਜ਼, ਸਿਮਰਨ ਦੀ ਆਵਾਜ਼ ਆ ਜਾਂਦੀ, ਸਾਨੂੰ ਵੀ ਸੁਣਾਓ। ਤੇ ਮਹਾਂਪੁਰਖ ਕਹਿਣ ਲੱਗੇ, ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਕੇ ਤਿਆਰ ਬਰ ਤਿਆਰ ਹੋ ਕੇ ਦਰਬਾਰ ਵਿੱਚ ਆਇਓ। ਦਰਬਾਰ ਵਿੱਚ ਲੈ ਕੇ ਗਏ, ਸਤਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਕੇ ਕਹਿੰਦੇ ਕੰਧਾਂ ਨੂੰ ਕੰਨ ਲਾਓ, ਤੇ ਕੰਧਾਂ ਦੇ ਵਿੱਚੋਂ ਵੀ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਸੁਣਨ ਲੱਗ ਪਈ। ਇਹ ਬਰਕਤਾਂ ਬ੍ਰਹਮ ਗਿਆਨੀਆਂ ਸਾਧੂਆਂ ਦੇ ਕੋਲ ਹੁੰਦੀਆਂ ਹਨ। ਇਸ ਕਰਕੇ ਕਦੇ ਵੀ ਕਿਸੇ ਮਹਾਂਪੁਰਖ ਤੇ ਸ਼ੰਕਾ ਨਹੀਂ ਕਰਨਾ, ਭਰੋਸਾ ਰੱਖ ਕੇ ਦ੍ਰਿੜਤਾ ਦੇ ਨਾਲ ਉਹਨਾਂ ਅੱਗੇ ਅਰਦਾਸ ਬੇਨਤੀ ਕਰਕੇ ਸਤਿਗੁਰੂ ਜੀ ਦੇ ਘਰੋਂ ਦਾਤਾਂ ਮੰਗਣੀਆਂ। ਗੁਰਸਿੱਖ ਨੇ ਇੱਕ ਬਚਨ ਹਮੇਸ਼ਾ ਯਾਦ ਰੱਖਿਓ ਦਸਮ ਪਿਤਾ ਦਾ। ਸਤਿਗੁਰੂ ਜੀ ਦਾ ਬਚਨ ਹੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮਟ ਭੂਲ ਨਾ ਮਾਨੈ। ਗੁਰਸਿੱਖ ਦਾ ਜੀਵਨ ਆ ਹੋਣਾ ਚਾਹੀਦਾ। ਭਾਈ ਤੁਸੀਂ ਅੰਮ੍ਰਿਤ ਧਾਰੀ ਹੋ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਵੱਡ ਭਾਗੇ, ਜਿਨ੍ਹਾਂ ਨਹੀਂ ਛਕਿਆ ਛਕੋ, ਗੁਰੂ ਵਾਲੇ ਬਣੋ। ਤੇ ਨਾਲ ਆ ਬਚਨ ਰੱਖੋ, ਪੂਰਨ ਪ੍ਰੇਮ ਪ੍ਰਤੀਤ ਸਜੈ। ਪੂਰਨ ਤਰੀਕੇ ਦੇ ਨਾਲ ਗੁਰਸਿੱਖ ਦੇ ਜੀਵਨ ਵਿੱਚ ਪ੍ਰੇਮ ਆ ਜਾਵੇ ਗੁਰੂ ਪ੍ਰਤੀ, ਪ੍ਰਤੀਤ ਭਰੋਸਾ ਆ ਜਾਵੇ, ਸਜੈ ਤਿਆਰ ਬਰ ਤਿਆਰ ਹੋ ਜਾਵੇ, ਸੱਜ ਜਾਵੇ ਸਤਿਗੁਰੂ ਜੀ ਦਾ ਗੁਰਸਿੱਖ। ਤੇ ਮਹਾਰਾਜ ਜੀ ਦੇ ਘਰ ਤੋਂ ਬਿਨਾ ਗੋਰ ਮੜੀ ਮੱਟ ਭੂਲ ਨਾ ਮੰਨੈ। ਨਾ ਮੜੀ ਤੇ ਨਾ ਮੱਟ ਤੇ ਨਾ ਕਬਰ ਤੇ ਕਿਤੇ ਨਹੀਂ ਜਾਣਾ, ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹੀ ਆ ਕੇ ਆਪਣਾ ਸਿਰ ਝੁਕਾ ਕੇ ਜੋ ਮੰਗਣਾ ਇੱਥੋਂ ਮੰਗਣਾ ਹੈ ਮਹਾਰਾਜ ਦਇਆ ਕਰ ਦੇਣ। ਸਮਾਪਤੀ ਦਾ ਸਮਾਂ ਵੀ ਹੋ ਗਿਆ ਹੈ। ਸਾਧ ਸੰਗਤ ਜੀ ਅੱਗੇ ਵੀ ਜਥਿਆਂ ਨੇ ਆਪ ਜੀ ਨੂੰ ਨਿਹਾਲ ਕਰਨਾ। ਤੁਛ ਜਿਹੀ ਵਿਚਾਰ ਹੈ ਸਾਧ ਸੰਗਤ ਜੀ, ਸਤਿਗੁਰਾਂ ਦੀਆਂ ਵਡਿਆਈਆਂ ਵੱਡੀਆਂ ਹਨ, ਮਹਾਂਪੁਰਖਾਂ ਦੀਆਂ ਵਡਿਆਈਆਂ ਵੱਡੀਆਂ ਹੁੰਦੀਆਂ। ਗੋਰੇ ਸਤਿਗੁਰੂ ਜੀ ਦੀ ਮਹਾਂਪੁਰਖਾਂ ਦੀ ਉਸਤਤ ਕਰਦਿਆਂ, ਗੁਰਮਤਿ ਦੀ ਵਿਚਾਰ ਕਰਦਿਆਂ ਬੜੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿੰਦ ਨੇ ਸਤਿਗੁਰੂ ਬਖਸ਼ ਦੇਣ, ਆਪ ਸਮੂਹ ਗੁਰੂ ਕੀ ਸੰਗਤ ਨੇ ਬਖਸ਼ ਦੇਣਾ। ਇੱਕ ਅਰਦਾਸ ਕਰਿਓ ਸਾਰੀਆਂ ਸੰਗਤਾਂ, ਸੰਗਤ ਦੀ ਅਰਦਾਸ ਮਹਾਰਾਜ ਪ੍ਰਵਾਨ ਕਰਦੇ ਐ। ਸਤਿਗੁਰੂ ਗੁਣ ਦੀ ਦਾਤ ਬਖਸ਼ ਦੇਣ, ਕਥਾ ਕਰਨ ਦੀ ਅਕਲ ਆ ਜਾਵੇ ਔਰ ਆਪਣੇ ਗੁਰਮਤਿ ਦੀ ਗੁਰਸਿੱਖੀ ਦੀ ਪਰਿਭਾਸ਼ਾ ਸਮਝਾ ਕੇ ਗੁਰਮਤਿ ਦਾ ਪ੍ਰਚਾਰ ਮਹਾਰਾਜ ਵੱਧ ਚੜ ਕੇ ਕਰਵਾਉਂਦੇ ਰਹਿਣ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਬਹੁਤ ਬਹੁਤ ਧੰਨਵਾਦ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਸਾਡੇ ਰਿਸ਼ਤੇਦਾਰ ਸਾਰੇ ਜਿੰਨਿਆਂ ਨੇ ਸਹਿਯੋਗ ਕੀਤਾ ਹੈ ਸਭ ਦਾ ਹੀ ਧੰਨਵਾਦ। ਜੇ ਇਕੱਲੇ ਇਕੱਲੇ ਦਾ ਨਾਮ ਲਵਾਂ ਸਮਾਂ ਵੱਧ ਲੱਗੇਗਾ। ਸਤਿਕਾਰਯੋਗ ਹਸਤੀਆਂ ਮਹਾਂਪੁਰਖ ਸਜੇ ਹੋਏ ਐ। ਬਾਬਾ ਪ੍ਰਭ ਸਿੰਘ ਜੀ ਬਹੁਤ ਬਹੁਤ ਧੰਨਵਾਦ, ਆਪ ਦੀ ਸੰਗਤ ਵਿੱਚ ਬੈਠ ਕੇ ਦਰਸ਼ਨ ਦੇ ਰਹੇ ਹੋ। ਹੋਰ ਵੀ ਜਿਹੜੇ ਮਹਾਂਪੁਰਖ ਹੈ ਜਿਨ੍ਹਾਂ ਦਾ ਮੈਨੂੰ ਨਾਮ ਨਹੀਂ ਪਤਾ, ਸਭ ਦਾ ਹੀ ਧੰਨਵਾਦ ਜੀ। ਹੋਈਆਂ ਭੁੱਲਾਂ ਦੀ ਖਿਮਾ, ਗੁਰ ਫਤਿਹ ਵਿੱਚ ਸਾਂਝ ਪਾ ਕੇ ਧੰਨਵਾਦੀ ਬਣਾਓ ਔਰ ਪ੍ਰੇਮ ਭਾਵਨਾ ਦੇ ਸਹਿਤ ਚੜ੍ਹਦੀ ਕਲਾ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।